ਹੈਲੋ ਫਰੈਂਡ, ਵੈਲਕਮ ਟੂ ਕੁੱਬਾ ਲਰਨੋਲੋਜੀ ਫ੍ਰੀ ਐਜੂਕੇਸ਼ਨਲ ਚੈਨਲ। ਵਿਦਿਆਰਥੀ ਸਾਥੀਓ, ਜਿਵੇਂ ਕਿ ਤੁਸੀਂ ਸਾਡੇ ਚੈਨਲ ਦੇ ਥਰੂ ਵੱਖ-ਵੱਖ ਪੇਪਰਾਂ ਦੀ ਪ੍ਰੈਪਰੇਸ਼ਨ ਕਰ ਰਹੇ ਹੋ, ਚਾਹੇ ਉਹ ਮਾਸਟਰ ਕੈਡਰ ਐਸਐਸਟੀ ਦਾ ਹੋਵੇ, ਹਿਸਟਰੀ ਲੈਕਚਰਰ ਹੋਵੇ, ਈਟੀਟੀ 994 ਜਾਂ ਐਨਟੀਟੀ ਦੀਆਂ 8393 ਜੋ ਪੋਸਟਾਂ ਆਉਣ ਵਾਲੀਆਂ ਹਨ, ਪ੍ਰੋਸੈਸ ਦੇ ਅਧੀਨ ਹਨ, ਉਹਨਾਂ ਦੀ ਗੱਲ ਕਰ ਲਈਏ, ਫੋਰੈਸਟ ਗਾਰਡ ਦੀ ਜਾਂ PSSB ਦੇ ਅਧੀਨ ਨਿਕਲੀਆਂ ਕਲੈਰੀਕਲ ਪੋਸਟਾਂ, ਜਾਂ ਫਿਰ ਤੁਸੀਂ PSPCL ਦੀ ਤਿਆਰੀ ਕਰ ਰਹੇ ਹੋ, ਤਾਂ ਵਿਦਿਆਰਥੀ ਸਾਥੀਓ ਸਾਰੀਆਂ ਅਸਾਮੀਆਂ ਦੇ ਵਾਸਤੇ ਜਿਹੜੀ ਇਹ ਸਾਡੀ ਸੀਰੀਜ਼ ਚੱਲ ਰਹੀ ਹੈ ਮਾਡਰਨ ਇੰਡੀਆ। ਠੀਕ ਹੈ, ਮਾਡਰਨ ਇੰਡੀਆ ਯਾਨੀ ਕਿ ਆਧੁਨਿਕ ਭਾਰਤ ਦਾ ਇਤਿਹਾਸ। ਤਾਂ ਵਿਦਿਆਰਥੀ ਸਾਥੀਓ, ਹੁਣ ਤੱਕ ਆਪਾਂ ਜਿਹੜੇ ਕੰਪਲੀਟ ਲੈਕਚਰ ਨੇ ਉਹ 18 ਵੀਡੀਓਜ਼ ਦੇ ਵਿੱਚ ਪੂਰੇ ਕਰ ਲਏ, ਔਰ ਇਹ ਕੁਝ ਆਪਾਂ 5-7 ਵੀਡੀਓਜ਼ ਇਸ ਤਰ੍ਹਾਂ ਦੀਆਂ ਕਰਾਂਗੇ ਜਿਹੜੇ ਕਿ ਲਾਸਟ ਈਅਰ ਦੇ ਵਿੱਚ ਪਿੱਛੇ ਜਿਹੜੇ ਪ੍ਰਸ਼ਨ ਪੁੱਛੇ ਗਏ ਨੇ ਉਹਨਾਂ ਸਾਰਿਆਂ ਨੂੰ ਕੀ ਆ ਕਵਰ ਕਰਾਂਗੇ। ਹਿਸਟਰੀ ਦੇ ਉਹ ਚਾਹੇ ਕਲੈਰੀਕਲ ਐਗਜ਼ਾਮ ਚ ਪੁੱਛੇ ਗਏ ਹੋਣ, ਚਾਹੇ ਮਾਸਟਰ ਕੈਡਰ ਐਸਐਸਟੀ ਜਾਂ ਹਿਸਟਰੀ ਲੈਕਚਰਰ ਦਾ ਜੋ ਪੇਪਰ 2016 ਦੀ ਗੱਲ ਕਰੀਏ ਉੱਥੇ ਹੋਇਆ ਸੀ, ਤਾਂ ਆਪਾਂ ਸਾਰੇ ਕੁਐਸਚਨ ਜਿਹੜੇ ਮਿਕਸ ਕਰਕੇ ਮਿਸਲੀਨੀਅਸ ਕੁਐਸਚਨ ਜਿਹੜੇ ਆਪਾਂ ਨਹੀਂ ਪੜ੍ਹੇ ਤਾਂ ਉਹ ਸਾਰੇ ਪ੍ਰਸ਼ਨਾਂ ਦੀ ਹੁਣ ਤਿਆਰੀ ਕਰਾਂਗੇ। ਤਾਂ ਵਿਦਿਆਰਥੀ ਸਾਥੀਓ, ਬਹੁਤਾ ਸਮਾਂ ਨਾ ਗਵਾਉਂਦਾ ਹੋਇਆ ਲੈਕਚਰ ਸਾਡਾ ਅੱਜ ਦਾ 20ਵਾਂ, ਇਸ ਦੀ ਸ਼ੁਰੂਆਤ ਕਰਦੇ ਹਾਂ ਪੰਜਾਬ ਗਵਰਨਮੈਂਟ ਹਿਸਟਰੀ, ਯਾਨੀ ਕਿ ਪੰਜਾਬ ਵਿੱਚ ਵੱਖ-ਵੱਖ ਹੋਏ ਗਵਰਨਮੈਂਟ ਲੈਵਲ ਦੇ ਐਗਜ਼ਾਮਸ, ਉਸ ਦੀ ਹਿਸਟਰੀ ਜਿਹੜੀ ਆ ਮਾਡਰਨ ਇੰਡੀਆ ਜਿਹੜੇ ਪ੍ਰਸ਼ਨ ਆਏ ਸਨ ਉਹਨਾਂ ਦੀ ਆਪਾਂ ਪ੍ਰੈਪਰੇਸ਼ਨ ਕਰਾਂਗੇ, ਬਿਲਕੁਲ ਡੈਪਥ ਦੇ ਨਾਲ ਸਮਝਾਂਗੇ, ਜਾਣਾਂਗੇ। ਚਲੋ ਜੀ, ਸ਼ੁਰੂਆਤ ਕਰਦੇ ਹਾਂ। ਅੱਜ ਦਾ ਸਾਡਾ ਪਹਿਲਾ ਪ੍ਰਸ਼ਨ ਹੈ, ਬ੍ਰਿਟੇਨ ਭਾਰਤ ਦਾ ਕਿਹੜਾ ਗਵਰਨਰ ਜਨਰਲ ਬਾਅਦ ਵਿੱਚ ਭਾਰਤ ਦਾ ਵਾਇਸਰਾਏ ਬਣਿਆ? ਦੇਖੋ ਜੀ, ਗਵਰਨਰ ਜਨਰਲ ਦੀ ਉਪਾਧੀ ਜਿਹੜੀ ਆ ਖਤਮ ਕੀਤੀ ਗਈ ਸੀ, ਉਸ ਤੋਂ ਬਾਅਦ ਵਾਇਸਰਾਏ ਦੀ ਉਪਾਧੀ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਸੀ। ਤਾਂ ਆਪਾਂ ਈਸਵੀ ਦੀ ਗੱਲ ਕਰ ਲਈਏ ਤਾਂ 1857-58, ਠੀਕ ਹੈ, 57 ਦਾ ਵਿਦਰੋਹ ਹੁੰਦਾ, ਉਸ ਤੋਂ ਬਾਅਦ 58 ਦੇ ਵਿੱਚ ਕੀ ਹੈ, ਤਾਜ ਸ਼ਾਸਨ ਆ ਜਾਂਦਾ। ਮਹਾਰਾਣੀ ਵਿਕਟੋਰੀਆ ਜੀ ਜਿਹੜੇ ਤਾਜ ਸ਼ਾਸਨ ਦੇ ਅਧੀਨ ਇੱਥੇ ਰਾਜ ਕਰਦੇ ਨੇ। ਔਰ ਗੱਲ ਕਰੀਏ ਉਦੋਂ ਪਹਿਲਾਂ ਗਵਰਨਰ ਜਨਰਲ ਕੌਣ ਸੀ ਤੇ ਵਾਇਸਰਾਏ ਕੌਣ ਬਣਿਆ, ਮਤਲਬ ਉਸ ਸਮੇਂ ਗਵਰਨਰ ਜਨਰਲ ਕੌਣ ਸੀ ਜੋ ਕਿ ਭਾਰਤ ਦਾ ਪਹਿਲਾ ਵਾਇਸਰਾਏ ਬਣਿਆ ਸੀਗਾ। ਠੀਕ ਹੈ ਜੀ, ਇਹ ਆਪਣੇ ਕੋਲੋਂ ਪ੍ਰਸ਼ਨ ਦੇ ਵਿੱਚ ਪੁੱਛਿਆ ਗਿਆ। ਏ ਤੇ ਆਪਸ਼ਨ ਹੈ ਲਾਰਡ ਹੈਸਟਿੰਗਸ, ਬੀ ਤੇ ਹੈ ਲਾਰਡ ਕੈਨਿੰਗ, ਸੀ ਤੇ ਹੈ ਲਾਰਡ ਵੈਲਜ਼ਲੀ, ਡੀ ਤੇ ਆਪਣੇ ਕੋਲੇ ਲਾਰਡ ਡਲਹੌਜ਼ੀ। ਤਾਂ ਵਿਦਿਆਰਥੀ ਸਾਥੀਓ, ਰਾਈਟ ਆਪਸ਼ਨ ਹੋ ਜਾਏਗੀ ਆਪਣੀ ਲਾਰਡ ਕੈਨਿੰਗ। ਠੀਕ ਹੈ ਜੀ, ਇਹੀ ਸੀਗਾ ਜੋ ਪਹਿਲਾ ਗਵਰਨਰ ਜਨਰਲ ਸੀ ਔਰ ਬਾਅਦ ਦੇ ਵਿੱਚ ਇਸ ਨੂੰ ਵਾਇਸਰਾਏ ਬਣਾ ਦਿੱਤਾ। ਪਹਿਲੇ ਦਾ ਮਤਲਬ ਆਪਣੇ ਸਮੇਂ ਤੋਂ ਪਹਿਲਾਂ। ਠੀਕ ਹੈ, ਪਹਿਲਾਂ ਨਹੀਂ ਮੈਂ ਕਹਿ ਰਿਹਾ, ਨੂਮੈਰੀਕਲ ਅੱਖਰ ਪਹਿਲਾਂ ਨਹੀਂ ਕਹਿ ਰਿਹਾ, ਆਪਣੇ ਸਮੇਂ ਤੋਂ ਪਹਿਲਾਂ ਕੀ ਸੀਗਾ, ਇਹ ਗਵਰਨਰ ਜਨਰਲ ਸੀ, ਉਸ ਤੋਂ ਬਾਅਦ ਕੀ ਬਣ ਗਿਆ ਸੀ, ਵਾਇਸਰਾਏ ਸੀ। ਚਲੋ ਜੀ, ਅੱਗੇ ਵਧਦੇ ਹਾਂ। ਅੱਗੇ ਹੈ ਜੀ ਸਾਡੇ ਕੋਲੇ ਅੱਜ ਦਾ ਦੂਜਾ ਪ੍ਰਸ਼ਨ ਹੈ, ਗਾਂਧੀ ਜੀ ਦਾ ਚੰਪਾਰਨ ਅੰਦੋਲਨ ਸੀ, ਚੰਪਾਰਨ ਅੰਦੋਲਨ ਕੀ ਸੀਗਾ, ਇਹ ਪੁੱਛਿਆ ਗਿਆ ਆਪਣੇ ਕੋਲੋਂ। ਦੇਖੋ, ਚੰਪਾਰਨ ਅੰਦੋਲਨ ਆਪਾਂ ਪੜ੍ਹਿਆ ਨਾ, ਚੰਪਾਰਨ, ਉਸ ਤੋਂ ਬਾਅਦ ਕੀ ਪੜ੍ਹਿਆ ਸੀ, NCQ। ਠੀਕ ਹੈ, ਯਾਨੀ ਕਿ ਆਪਾਂ ਮੈਂ ਬੋਲਦਾ ਹੁੰਦਾ NCQF। ਤਾਂ ਇਹ ਗਾਂਧੀ ਜੀ ਦੇ ਮੂਵਮੈਂਟ ਸੀਗੇ ਸਾਰੇ। ਚੰਪਾਰਨ ਦੀ ਗੱਲ ਕਰੀਏ 1917 ਚ ਹੋਇਆ। ਠੀਕ ਹੈ ਜੀ, ਨਾਨ ਕਾਰਪੋਰੇਸ਼ਨ ਆਫ ਇੰਡੀਆ ਕਦੋਂ ਹੋਇਆ ਸੀ, 1920 ਦੇ ਵਿੱਚ। ਸਿਵਲ ਡਿਸਓਬੀਡੈਂਟ ਮੂਵਮੈਂਟ ਇਹ ਕਦੋਂ ਹੋਇਆ ਸੀ, 1930 ਚ। ਕੁਇਟ ਇੰਡੀਆ ਮੂਵਮੈਂਟ ਯਾਨੀ ਕਿ ਭਾਰਤ ਛੱਡੋ ਅੰਦੋਲਨ ਕਦੋਂ ਹੋਇਆ ਸੀ, 1942 ਈਸਵੀ ਦੇ ਵਿੱਚ। ਤਾਂ ਵਿਦਿਆਰਥੀ ਸਾਥੀਓ, ਇਹ ਸਨ ਗਾਂਧੀ ਜੀ ਦੇ ਅੰਦੋਲਨ। ਔਰ ਜੇਕਰ ਗੱਲ ਕਰੀਏ ਆਪਾਂ ਚੰਪਾਰਨ ਦੀ, ਤਾਂ ਚੰਪਾਰਨ ਕਦੋਂ ਹੋਇਆ, 1917 ਚ। ਕਿੱਥੇ ਹੋਇਆ ਸੀ, ਬਿਹਾਰ ਚ। ਠੀਕ ਹੈ ਜੀ, ਤਾਂ ਇਹ ਕਿੰਨਾ ਦਾ ਵਿਦਰੋਹ ਸੀਗਾ, ਕਿਸਾਨਾਂ ਦਾ ਸੀਗਾ। ਤਾਂ ਇਹਨਾਂ ਵਿੱਚੋਂ ਆਪਸ਼ਨ ਜਿਹੜੀ ਸਹੀ ਹੋ ਜਾਏਗੀ ਆਪਾਂ ਉਹੀ ਟਿਕ ਕਰ ਦਾਂਗੇ। ਤਾਂ ਏ ਦੇ ਆਪਸ਼ਨ ਆਪਣੇ ਕੋਲੇ ਨੀਲ ਉਤਪਾਦਕਾਂ ਦੀਆਂ ਸਮੱਸਿਆਵਾਂ ਦਾ ਹੱਲ ਲਈ, ਬੀ ਤੇ ਆਪਣੇ ਕੋਲੇ ਹਿੰਦੂ ਮੁਸਲਿਮ ਏਕਤਾ ਨੂੰ ਬਣਾਈ ਰੱਖਣ ਲਈ, ਸੀ ਤੇ ਆਪਣੇ ਕੋਲੇ ਸਿਵਲ ਨਾਫਰਮਾਨੀ ਲਈ, ਡੀ ਤੇ ਹਰੀਜਨਾਂ ਦੇ ਅਧਿਕਾਰਾਂ ਦੀ ਪ੍ਰਾਪਤੀ ਲਈ। ਦੇਖੋ ਵਿਦਿਆਰਥੀ ਸਾਥੀਓ, ਕਿਹੜੀਆਂ ਆਪਸ਼ਨਾਂ ਗਲਤ ਹੋ ਜਾਣਗੀਆਂ। ਦੇਖੋ, ਜਦੋਂ ਤੁਹਾਨੂੰ ਗਲਤ ਟਿਕ ਕਰਨੀਆਂ ਆ ਗਈਆਂ ਨਾ ਤਾਂ ਤੁਸੀਂ ਕਾਮਯਾਬ ਹੋ ਜਾਓਗੇ। ਠੀਕ ਹੈ, ਦੋ ਜਿਹੜੀਆਂ ਨੇ ਉਹ ਗਲਤ ਟਿਕ ਕਰ ਸਕਦੇ ਹੋ, ਤਾਂ ਜਿਹੜੀਆਂ ਰਹਿ ਜਾਣਗੀਆਂ ਦੋ, ਬਸ ਉਹਨਾਂ ਦੇ ਵਿੱਚੋਂ ਕੀ ਹੈ, ਤੁਸੀਂ ਆਪਣੀ ਜੱਜਮੈਂਟ ਦੇ ਅਕੋਰਡਿੰਗ ਨਿਸ਼ਾਨ ਲਾਓਗੇ। ਦੇਖੋ, ਸਿਵਲ ਨਾਫਰਮਾਨੀ ਡਾਂਡੀ ਮਾਰਚ ਸੀਗਾ, ਤਾਂ ਇਹ ਵੀ ਕੀ ਹੈ, ਰੋਂਗ ਹੋ ਗਈ ਆਪਣੇ ਕੋਲੇ। ਹਿੰਦੂ ਮੁਸਲਿਮ ਏਕਤਾ ਬਣਾਈ ਰੱਖਣ ਲਈ, ਇਹ ਵੀ ਆਪਣੇ ਕੋਲੇ ਰੋਂਗ ਹੋ ਗਈ। ਦੇਖੋ, ਕਿਸਾਨਾਂ ਦਾ ਉਹਨਾਂ ਨੇ ਗੱਲ ਕੀਤੀ ਸੀਗੀ। ਠੀਕ ਹੈ, ਕਿਸਾਨਾਂ ਇਸ ਅੰਦੋਲਨ ਦੇ ਵਿੱਚ, ਤਾਂ ਕਿਸਾਨ ਕੌਣ ਸਨ, ਨੀਲ ਉਤਪਾਦਕ, ਮਤਲਬ ਕਿ ਉਸ ਸਮੇਂ ਧੱਕੇ ਨਾਲ ਜਿਹੜੀ ਹੈ ਨੀਲ ਦੀ ਖੇਤੀ ਕਰਵਾਈ ਜਾਂਦੀ ਸੀ। ਇਹ ਆਪਸ਼ਨ ਜਿਹੜੀ ਸਹੀ ਹੋ ਜਾਏਗੀ। ਦੇਖੋ, ਹਰੀਜਨਾਂ ਦੇ ਅਧਿਕਾਰਾਂ ਲਈ। ਠੀਕ ਹੈ, ਇਹ ਸੀਗਾ ਜਿਹੜਾ ਪਛੜੀਆਂ ਸ਼੍ਰੇਣੀਆਂ ਨੇ ਉਹਨਾਂ ਦੇ ਅਧਿਕਾਰਾਂ ਦੀ ਪ੍ਰਾਪਤੀ ਵਾਸਤੇ। ਤਾਂ ਇਹ ਵੀ ਆਪਸ਼ਨ ਜਿਹੜੀ ਹੈ ਗਲਤ ਹੋ ਜਾਏਗੀ। ਤਾਂ ਰਾਈਟ ਆਪਸ਼ਨ ਹੋਏਗੀ ਆਪਣੇ ਕੋਲੇ ਇਹ, ਨੀਲ ਉਤਪਾਦਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ। ਚਲੋ ਜੀ, ਅੱਗੇ ਵਧਦੇ ਹਾਂ। ਅੱਗੇ ਜੀ ਸਾਡੇ ਕੋਲੇ ਅੱਜ ਦਾ 3 ਨੰਬਰ ਪ੍ਰਸ਼ਨ ਹੈ,
ਗਾਂਧੀ ਗੋਲਮੇਜ ਕਾਨਫਰੰਸ ਦੂਜੀ ਜਿਹੜੀ ਹੋਈ ਸੀਗੀ ਆਪਣੇ ਕੋਲੇ, ਦੂਜੀ ਗੋਲਮੇਜ ਗਾਂਧੀ ਗੋਲਮੇਜ ਕਾਨਫਰੰਸ ਵੀ ਇਹਨੂੰ ਕਹਿੰਦੇ ਨੇ, ਠੀਕ ਹੈ, ਆਰਟੀਸੀ ਰਾਉਂਡ ਟੇਬਲ ਕਾਨਫਰੰਸ, ਜੋ ਸਨ 1931 ਵਿੱਚ ਹੋਈ। ਦੇਖੋ ਤਿੰਨ ਹੋਈਆਂ ਸੀ, 1930, 31 ਤੇ 32, ਲਗਾਤਾਰ 3 ਸਾਲ ਹੁੰਦੀਆਂ ਰਹੀਆਂ ਸੀ, ਠੀਕ ਹੈ। ਵਿੱਚ ਕਾਂਗਰਸ ਦੇ ਕਿਹੜੇ ਇਕੱਲੇ ਪ੍ਰਤੀਨਿਧੀ ਨੇ ਭਾਗ ਲਿਆ? ਕਾਂਗਰਸ ਦੇ ਕਿਹੜੇ ਇਕੱਲੇ ਪ੍ਰਤੀਨਿਧੀ ਸੀਗੇ? ਏ ਤੇ ਆਪਸ਼ਨ ਹੈ MK ਗਾਂਧੀ, ਬੀ ਤੇ ਮੌਲਾਨਾ ਆਜ਼ਾਦ, ਸੀ ਤੇ ਜਵਾਹਰ ਲਾਲ ਨਹਿਰੂ ਤੇ ਡੀ ਤੇ ਸਰਦਾਰ ਪਟੇਲ। ਤਾਂ ਇਹ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ MK ਗਾਂਧੀ। ਔਰ ਜੇਕਰ ਗੱਲ ਕਰੀਏ ਆਪਾਂ 30 ਤੇ 32 ਦੇ ਵਿੱਚ, ਤਾਂ BR ਅੰਬੇਦਕਰ ਜੀ ਆਪਣੇ ਇੱਕ ਹੋਰ ਸਾਥੀ ਦੇ ਨਾਲ ਜਾਂਦੇ ਨੇ, ਠੀਕ ਹੈ ਜੀ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 4 ਨੰਬਰ ਪ੍ਰਸ਼ਨ ਹੈ। 31 ਦਸੰਬਰ 1929 ਨੂੰ ਕਿਸ ਨੇ ਲਾਹੌਰ ਵਿੱਚ ਰਾਵੀ ਨਦੀ ਦੇ ਕੰਢੇ ਤੇ ਤਿਰੰਗਾ ਫਹਰਾਇਆ ਸੀ? ਦੇਖੋ ਜੀ, ਰਾਵੀ ਨਦੀ ਦੇ ਕੰਢੇ ਤੇ ਤਿਰੰਗਾ ਫਹਰਾਉਣ ਵਾਲੇ ਕੌਣ ਸਨ? ਇਹ ਤੇ ਆਪਸ਼ਨ ਹੈ CR ਦਾਸ, ਚਿਤਰੰਜਨ ਦਾਸ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਬੀ ਤੇ ਮੋਤੀ ਲਾਲ ਨਹਿਰੂ, ਜਵਾਹਰ ਲਾਲ ਨਹਿਰੂ ਦੇ ਪਿਤਾ ਜੀ ਸਨ, ਸੀ ਤੇ ਮਹਾਤਮਾ ਗਾਂਧੀ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ, ਡੀ ਤੇ ਜਵਾਹਰ ਲਾਲ ਨਹਿਰੂ, ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਤਾਂ ਹੁਣ ਦੇਖੋ ਆਪਸ਼ਨ ਰਾਈਟ ਕੀ ਹੋ ਜਾਏਗੀ? ਤਾਂ ਆਪਸ਼ਨ ਰਾਈਟ ਆਪਣੀ ਡੀ, ਜਵਾਹਰ ਲਾਲ ਨਹਿਰੂ। ਇਹ ਕੌਣ ਸਨ? ਇੱਕ ਤਾਂ ਆਪਣੇ ਪਹਿਲੇ PM ਬਣੇ ਸਨ, ਠੀਕ ਹੈ, ਪ੍ਰਾਈਮ ਮਿਨਿਸਟਰ ਯਾਨੀ ਕਿ ਪ੍ਰਧਾਨ ਮੰਤਰੀ ਸਨ। ਔਰ ਕਿਹੜੀ ਡੇਟ ਨੂੰ ਤਿਰੰਗਾ ਫਹਰਾਇਆ? 31 ਦਸੰਬਰ 1929 ਨੂੰ। ਕਿੱਥੇ ਫਹਰਾਇਆ? ਲਾਹੌਰ ਵਿੱਚ। ਨਦੀ ਕਿਹੜੀ ਦੇ ਕੰਢੇ? ਰਾਵੀ ਦੇ। ਇੱਕ ਪ੍ਰਸ਼ਨ ਦੇ ਵਿੱਚ ਆਪਣੇ 4 ਤੋਂ 5 ਜਿਹੜੇ ਨੇ ਪੁਆਇੰਟ ਕਲੀਅਰ ਹੁੰਦੇ ਨੇ, ਫੈਕਟ ਕਲੀਅਰ ਹੁੰਦੇ ਨੇ, ਤਾਂ ਹੀ ਮੇਰੇ ਕਰਾਉਣ ਦਾ ਫਾਇਦਾ ਤੁਹਾਨੂੰ। ਜੇਕਰ ਤੁਸੀਂ ਮੇਰੀਆਂ ਜਿਹੜੀਆਂ ਮੈਂ ਗੱਲਾਂ ਬੋਲ ਰਿਹਾ ਇਹਨਾਂ ਨੂੰ ਵੀ ਕਵਰ ਅਪ ਕਰਦੇ ਜਾਓਗੇ, ਇੱਕ ਪ੍ਰਸ਼ਨ ਦੇ ਵਿੱਚ ਆਪਾਂ 4-4 5-5 ਫੈਕਟ ਕਲੀਅਰ ਕਰਾਂਗੇ, ਤਾਂ ਕਿ ਆਪਾਂ ਨੂੰ ਵੱਧ ਤੋਂ ਵੱਧ ਜਿਹੜੇ ਪ੍ਰਸ਼ਨ ਆ ਉਹ ਨਾ ਕਰਨੇ ਪੈਣ, ਤੇ ਇਹੀ ਇੱਕੋ ਪ੍ਰਸ਼ਨ ਦੇ ਵਿੱਚ ਹੀ ਆਪਾਂ 4-4 5-5 ਕੁਐਸਚਨਾਂ ਦੇ ਆਨਸਰ ਜਿਹੜੇ ਲਈ ਜਾਵਾਂਗੇ। ਅੱਗੇ ਜੀ ਸਾਡੇ ਕੋਲੇ ਅੱਜ ਦਾ 5 ਨੰਬਰ ਪ੍ਰਸ਼ਨ ਹੈ। ਸਨ 1917 ਵਿੱਚ ਮੁਸਲਿਮ ਲੀਗ ਵਿੱਚ ਸ਼ਾਮਿਲ ਹੋਣ ਵਾਲਾ ਰਾਸ਼ਟਰੀ ਨੇਤਾ ਸੀ। ਮੁਸਲਿਮ ਲੀਗ ਦੇ ਵਿੱਚ ਰਾਸ਼ਟਰੀ ਨੇਤਾ ਕਿਹੜਾ ਸ਼ਾਮਲ ਹੋਇਆ ਸੀ? ਇਹ ਪੁੱਛਿਆ ਆਪਣੇ ਕੋਲ। ਤਾਂ ਇਹ ਤੇ ਆਪਣੇ ਕੋਲੇ ਆਪਸ਼ਨ ਹੈ ਸਰ ਸੈਯਦ ਅਹਿਮਦ ਖਾਨ, ਬੀ ਤੇ ਹੈ ਜੀ ਡਾਕਟਰ MA ਅੰਸਾਰੀ, ਸੀ ਤੇ ਹੈ ਮੁਹੰਮਦ ਅਲੀ ਜਿਨਾ, ਔਰ ਡੀ ਤੇ ਆਪਣੇ ਕੋਲੇ ਅਬਦੁਲ ਕਲਾਮ ਆਜ਼ਾਦ। ਤਾਂ ਦੇਖੋ ਜੀ ਇਹਦੇ ਚ ਰਾਈਟ ਆਪਣੀ ਆਪਸ਼ਨ ਕੀ ਹੋ ਜਾਏਗੀ? ਤਾਂ ਸੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ, ਮੁਹੰਮਦ ਅਲੀ ਜਿਨਾ, ਠੀਕ ਹੈ ਜੀ। ਇਹੀ ਪਹਿਲੇ ਰਾਸ਼ਟਰੀ ਨੇਤਾ ਸੀ ਜਿਹੜੇ ਮੁਸਲਿਮ ਲੀਗ ਦੇ ਵਿੱਚ ਸ਼ਾਮਲ ਹੋਏ ਸਨ। ਔਰ ਜੇਕਰ ਗੱਲ ਕਰੀਏ ਤਾਂ ਇਹ ਆਪਣੇ ਪੇਸ਼ੇ ਵਜੋਂ ਕੀ ਸਨ? ਤਾਂ ਇਹ ਵਕੀਲ ਸਨ, ਗਾਂਧੀ ਜੀ ਦੇ ਤਰ੍ਹਾਂ, ਠੀਕ ਹੈ ਜੀ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 6 ਨੰਬਰ ਪ੍ਰਸ਼ਨ ਹੈ। ਜੂਨ 1947 ਵਿੱਚ ਭਾਰਤ ਦੀ 2 ਆਜ਼ਾਦ ਦੇਸ਼ਾਂ ਵਿੱਚ ਵੰਡ ਦੀ ਯੋਜਨਾ ਕਿਸ ਨੇ ਪੇਸ਼ ਕੀਤੀ ਜਾਂ ਕਿਸ ਨੇ ਘੋਸ਼ਿਤ ਕੀਤੀ ਸੀ? ਤਾਂ ਏ ਤੇ ਹੈ ਲਾਰਡ ਮਾਊਂਟਬੈਟਨ, ਬੀ ਤੇ ਹੈ ਇੰਡੀਅਨ ਨੈਸ਼ਨਲ ਕਾਂਗਰਸ, ਸੀ ਤੇ ਹੈ ਲਾਰਡ ਵੈਵਲ, ਤੇ ਡੀ ਤੇ ਆਪਣੇ ਕੋਲੇ ਮੁਸਲਿਮ ਲੀਗ। ਤਾਂ ਆਪਣੇ ਕੋਲੇ ਇਹ ਆਪਸ਼ਨ ਜਿਹੜੀ ਹੈ ਬਿਲਕੁਲ ਸਹੀ ਹੋ ਜਾਏਗੀ, ਠੀਕ ਹੈ। ਜੇਕਰ ਕਰੈਕਟ ਡੇਟ ਪੁੱਛਣ ਤਾਂ ਉਹ ਕਿੰਨੀ ਸੀ? 3 ਜੂਨ 1947। ਇਸ ਤਰੀਕੇ ਦੇ ਨਾਲ ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 7 ਨੰਬਰ ਪ੍ਰਸ਼ਨ ਹੈ। ਡਾਂਡੀ ਮਾਰਚ ਦੇ ਦੌਰਾਨ ਪ੍ਰਸਿੱਧ ਗੀਤ ਕਿਹੜਾ ਸੀਗਾ? ਰਘੁਪਤੀ ਰਾਘਵ ਰਾਜਾ ਰਾਮ। ਕਿਹੜੇ ਮਸ਼ਹੂਰ ਜਿਹੜੇ ਸੰਗੀਤਕਾਰ ਦੁਆਰਾ ਗਾਇਆ ਗਿਆ ਸੀਗਾ? ਪੁੱਛਿਆ ਜੀ ਇਹ ਵਾਲਾ ਜਿਹੜਾ ਗੀਤ ਸੀ ਡਾਂਡੀ ਮਾਰਚ ਦੇ ਦੌਰਾਨ ਕਿਹੜੇ ਮਸ਼ਹੂਰ ਸੰਗੀਤਕਾਰ ਨੇ ਗਾਇਆ ਸੀ? ਤਾਂ ਏ ਤੇ ਆਪਸ਼ਨ ਹੈ ਦਿਗੰਬਰ ਵਿਸ਼ਨੂੰ ਪਲਸਕਰ, ਬੀ ਤੇ ਓਂਕਾਰ ਨਾਥ ਠਾਕੁਰ, ਸੀ ਤੇ ਕ੍ਰਿਸ਼ਨ ਰਾਓ ਸ਼ੰਕਰ ਪੰਡਿਤ, ਡੀ ਤੇ ਆਪਣੇ ਕੋਲੇ ਮਲਿਕਾ ਅਰਜੁਨ ਮਨਸੂਰ। ਤਾਂ ਦੇਖੋ ਜੀ ਰਾਈਟ ਆਪਣੇ ਕੋਲੇ ਆਪਸ਼ਨ ਕੀ ਹੋ ਜਾਏਗੀ? ਇਹ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ, ਦਿਗੰਬਰ ਵਿਸ਼ਨੂੰ ਪਲਸਕਰ। ਔਰ ਦੇਖੋ ਇਹ ਚੱਲਿਆ ਕਦੋਂ ਤੱਕ ਸੀਗਾ ਡਾਂਡੀ ਮਾਰਚ? ਕਦੋਂ ਤੱਕ ਚੱਲਿਆ ਸੀ? 12 ਮਾਰਚ ਤੋਂ ਲੈ ਕੇ ਤੇ 6 ਅਪ੍ਰੈਲ ਤੱਕ ਚੱਲਿਆ ਸੀ, ਠੀਕ ਹੈ ਜੀ। ਤਾਂ ਡੇਟਾ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਕਰਾ ਚੁੱਕਿਆ ਨਾ, ਸਿਵਲ ਡਿਸਓਬੀਡੈਂਟ ਮੂਵਮੈਂਟ ਦੀ 1930 ਦੇ ਵਿੱਚ। ਅੱਗੇ ਆ ਜੀ ਸਾਡੇ ਕੋਲੇ ਚੋਰਾ ਚੋਰੀ ਜਿਹੜੀ ਕੀ ਘਟਨਾ ਹੋਈ ਸੀ ਉੱਤਰ ਪ੍ਰਦੇਸ਼ ਦੇ ਵਿੱਚ, ਸਬੰਧ ਹੈ ਉਸ ਦਾ ਸਬੰਧ ਕਿਹਦੇ ਨਾਲ ਹੈ? ਏ ਤੇ ਆਪਸ਼ਨ ਹੈ ਸਿਵਲ ਨਾਫਰਮਾਨੀ ਅੰਦੋਲਨ ਦੇ ਨਾਲ, ਬੀ ਤੇ ਨਮਕ ਸੱਤਿਆਗ੍ਰਹਿ ਨਾਲ, ਸੀ ਤੇ ਆਪਣੇ ਕੋਲੇ ਭੀੜ ਦੁਆਰਾ ਪੁਲਿਸ ਕਰਮੀਆਂ ਦੀ ਹੱਤਿਆ ਤੇ ਗਾਂਧੀ ਜੀ ਦੁਆਰਾ ਅਸਹਿਯੋਗ ਅੰਦੋਲਨ ਦੀ ਵਾਪਸੀ ਨਾਲ। ਅਸਹਿਯੋਗ ਕਿਹੜਾ ਸੀ? ਕੁਇਟ ਇੰਡੀਆ ਮੂਵਮੈਂਟ, ਭਾਰਤ ਛੱਡੋ ਅੰਦੋਲਨ। ਤੇ ਡੀ ਤੇ ਆਪਣੇ ਕੋਲੇ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਦੇਖੋ ਜੀ ਜੋ ਰਾਈਟ ਆਪਣੇ ਕੋਲੇ ਆਪਸ਼ਨ ਹੋ ਜਾਏਗੀ, ਦੇਖੋ ਇਹ ਅਸਹਿਯੋਗ ਭਾਰਤ ਛੱਡੋ ਅੰਦੋਲਨ ਨਹੀਂ ਸੀਗਾ, ਇਹ ਸੀਗਾ ਆਪਣੇ ਕੋਲੇ ਨਾਨ ਕਾਰਪੋਰੇਸ਼ਨ ਮੂਵਮੈਂਟ, ਠੀਕ ਹੈ ਜੀ। ਨਾਨ ਕਾਰਪੋਰੇਸ਼ਨ ਮੂਵਮੈਂਟ
ਮੇਰੇ ਕੋਲੋਂ ਭਾਰਤ ਛੱਡੋ ਅੰਦੋਲਨ ਬੋਲਿਆ ਗਿਆ ਤਾਂ ਇਹ ਸੀਗਾ ਨਾਨ ਕਾਰਪੋਰੇਸ਼ਨ ਮੂਵਮੈਂਟ ਸੀਗੀ, ਠੀਕ ਹੈ ਜੀ, ਜਿਹੜੀ ਕਿ 1920 ਦੇ ਵਿੱਚ ਚੱਲਦੀ ਹੈ, ਸਟਾਰਟ ਹੁੰਦੀ ਹੈ ਯਾਨੀ ਕਿ। ਤਾਂ ਦੇਖੋ ਇਹਦਾ ਸਬੰਧ ਹੁਣ ਕਿਹਦੇ ਨਾਲ ਹੋਵੇਗਾ, ਇਹਦਾ ਸਬੰਧ ਸੀਗਾ ਜੀ ਭੀੜ ਦੁਆਰਾ ਕਿਸੇ ਪੁਲਿਸ ਕਰਮੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ, ਜਿਹਦੇ ਤੋਂ ਬਾਅਦ ਕੀ ਹੈ ਇੱਕ ਵਾਰੀ 5 ਫਰਵਰੀ ਨੂੰ ਟਾਲਿਆ ਗਿਆ ਸੀਗਾ, ਪਰ ਪੂਰਨ ਰੂਪ ਦੇ ਵਿੱਚ ਜਿਹੜਾ 12 ਫਰਵਰੀ 1922 ਨੂੰ ਜਿਹੜਾ ਇਹ ਟਾਲ ਦਿੱਤਾ ਗਿਆ ਸੀ, ਠੀਕ ਹੈ, ਪੂਰਨ ਰੂਪ ਦੇ ਵਿੱਚ। ਅੱਗੇ ਹੈ ਜੀ ਸਾਡੇ ਕੋਲੇ ਅੱਜ ਦਾ 9 ਨੰਬਰ ਪ੍ਰਸ਼ਨ ਹੈ, ਪਾਕਿਸਤਾਨ ਦਾ ਵਿਚਾਰ ਕਿਸ ਦੀ ਕਲਪਨਾ ਹੈ। ਵਿਚਾਰ ਪੁੱਛਿਆ ਆਪਣੇ ਕੋਲੋਂ, ਜਾਂ ਆਪਾਂ ਕਹਿ ਦਈਏ ਪਾਕਿਸਤਾਨ ਜਿਹੜਾ ਸ਼ਬਦ ਹੈ ਉਸ ਦੀ ਵਰਤੋਂ ਕਿਸ ਨੇ ਕੀਤੀ ਸੀ। ਕੁਐਸਚਨ ਨੂੰ ਮੋਲਡ ਕਰਕੇ ਪਾਇਆ ਤਾਂ ਇਹ ਤੇ ਆਪਣੇ ਕੋਲੇ HS ਸ਼ਹਿਰਵਰਦੀ, B ਤੇ ਚੌਧਰੀ ਰਹਿਮਤ ਅਲੀ, C ਤੇ ਹੈ ਮੁਹੰਮਦ ਅਲੀ ਜਿਨਾ ਤੇ D ਤੇ ਹੈ ਆਸਿਫ ਅਲੀ। ਤਾਂ ਰਾਈਟ ਆਪਸ਼ਨ ਹੋ ਜਾਏਗੀ ਆਪਣੇ ਕੋਲੇ B, ਬਿਲਕੁਲ ਸਹੀ ਹੋ ਜਾਏਗੀ, ਚੌਧਰੀ ਰਹਿਮਤ ਅਲੀ। ਔਰ ਜੇਕਰ ਆਪਾਂ ਗੱਲ ਕਰੀਏ ਸਨ ਕਿਹੜੇ ਦੇ ਵਿੱਚ ਮੰਗ ਉੱਠੀ ਸੀਗੀ ਪਾਕਿਸਤਾਨ ਦੀ, ਤਾਂ ਉਹ ਕਿਹੜੀ ਸੀਗੀ 1940 ਦੇ ਵਿੱਚ ਮੁਸਲਿਮ ਲੀਗ ਦੇ ਰਾਹੀਂ ਲਾਹੌਰ ਸੈਸ਼ਨ ਦੇ ਵਿੱਚ। ਅੱਗੇ ਗੱਲ ਕਰਦੇ ਹਾਂ ਜੀ, ਅੱਗੇ ਸਾਡੇ ਕੋਲੇ ਭਾਰਤ ਵਿੱਚ ਅਸਹਿਯੋਗ ਅੰਦੋਲਨ ਕਿਸ ਨੇ ਸ਼ੁਰੂ ਕੀਤਾ ਸੀ। ਅਸਹਿਯੋਗ ਅੰਦੋਲਨ ਪੁੱਛਿਆ ਆਪਣੇ ਕੋਲੋਂ। A ਤੇ ਆਪਸ਼ਨ ਹੈ JB ਕ੍ਰਿਪਲਾਨੀ, B ਤੇ ਆਪਣੇ ਕੋਲੇ ਮਹਾਤਮਾ ਗਾਂਧੀ ਜੀ, C ਤੇ ਲੋਕਮਾਨਿਆ ਤਿਲਕ ਜੀ ਤੇ D ਤੇ ਹੈ ਜਵਾਹਰ ਲਾਲ ਨਹਿਰੂ। ਤਾਂ ਦੇਖੋ ਜੀ ਰਾਈਟ ਆਪਸ਼ਨ ਕਿਹੜੀ ਹੋ ਜਾਏਗੀ ਮਹਾਤਮਾ ਗਾਂਧੀ, B ਆਪਸ਼ਨ ਜਿਹੜੀ ਸਹੀ ਹੋ ਜਾਏਗੀ। ਤਾਂ ਇਹ ਚੱਲਿਆ ਕਦੋਂ ਤੋਂ ਲੈ ਕੇ ਕਦੋਂ ਤੱਕ ਸੀ, 1920 ਦੇ ਵਿੱਚ ਚੱਲਿਆ ਤੇ 1922 ਦੇ ਵਿੱਚ ਚੋਰਾ ਚੋਰੀ ਦੀ ਘਟਨਾ ਹੋਣ ਤੋਂ ਬਾਅਦ ਕੀ ਹੈ ਇਸ ਨੂੰ ਟਾਲ ਦਿੱਤਾ ਜਾਂਦਾ। ਅੱਗੇ ਪੜਦੇ ਹਾਂ ਜੀ, ਅੱਗੇ ਸਾਡੇ ਕੋਲੇ ਅੱਜ ਦਾ 11 ਨੰਬਰ ਪ੍ਰਸ਼ਨ ਹੈ, ਕਰੋ ਜਾਂ ਮਰੋ ਦਾ ਨਾਰਾ ਕਿਸ ਨੇ ਦਿੱਤਾ ਸੀ। ਕਰੋ ਜਾਂ ਮਰੋ ਦਾ ਨਾਰਾ, ਤਾਂ A ਤੇ ਆਪਸ਼ਨ ਹੈ ਜਵਾਹਰ ਲਾਲ ਨਹਿਰੂ, B ਤੇ ਮਹਾਤਮਾ ਗਾਂਧੀ ਜੀ, C ਤੇ ਹੈ ਚੰਦਰ ਸ਼ੇਖਰ ਆਜ਼ਾਦ, D ਤੇ ਹੈ ਸੁਭਾਸ਼ ਚੰਦਰ ਬੋਸ ਜੀ। ਤਾਂ B ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ, ਕਰੋ ਜਾਂ ਮਰੋ ਦਾ ਨਾਰਾ ਦੇਣ ਵਾਲੇ ਕੌਣ ਸਨ, ਗਾਂਧੀ ਜੀ ਸਨ। ਵਿਦਿਆਰਥੀ ਸਾਥੀਓ ਇੱਕ ਇੱਕ ਕੁਐਸਚਨ ਆਪਾਂ ਕੀ ਹੈ ਡੈਪਥ ਦੇ ਨਾਲ ਕਰਨਾ ਤਾਂ ਕਿ ਤੁਹਾਡੀ ਜਿਹੜੀ ਆ ਸਮਝ ਦੇ ਵਿੱਚ ਵਾਧਾ ਹੋ ਸਕੇ, ਤੁਹਾਡੀ ਨੌਲੇਜ ਦੇ ਵਿੱਚ ਵਾਧਾ ਹੋ ਸਕੇ ਔਰ ਤੁਸੀਂ ਪ੍ਰਸ਼ਨਾਂ ਨੂੰ ਜਲਦੀ ਤੋਂ ਜਲਦੀ ਹੱਲ ਕਰ ਲਓ। ਵਿਦਿਆਰਥੀ ਸਾਥੀਓ ਜੇਕਰ ਤੁਸੀਂ ਸਾਡੇ ਇਸ ਚੈਨਲ ਨੂੰ ਹਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਸਾਡੀਆਂ ਜਿਹੜੀਆਂ ਸਾਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਅੱਗੇ ਵਧਦੇ ਹਾਂ ਜੀ, ਅੱਗੇ ਸਾਡੇ ਕੋਲੇ ਅੱਜ ਦਾ 12 ਨੰਬਰ ਪ੍ਰਸ਼ਨ ਹੈ, ਇਹਨਾਂ ਵਿੱਚੋਂ ਕਿਹੜੇ ਅੰਦੋਲਨ ਵਿੱਚ ਮਹਾਤਮਾ ਗਾਂਧੀ ਜੀ ਨੇ ਕਰੋ ਜਾਂ ਮਰੋ ਦਾ ਨਾਰਾ ਦਿੱਤਾ ਸੀ। ਦੇਖੋ ਗਾਂਧੀ ਜੀ ਨੇ ਨਾਰਾ ਦਿੱਤਾ ਸੀ ਕਰੋ ਜਾਂ ਮਰੋ ਦਾ, ਕਿਹੜੇ ਅੰਦੋਲਨ 'ਚ ਦਿੱਤਾ ਸੀਗਾ ਹੁਣ ਆਪਣੇ ਕੋਲੋਂ ਇਹ ਪੁੱਛਿਆ। A ਤੇ ਆਪਸ਼ਨ ਹੈ ਡਾਂਡੀ ਮਾਰਚ, B ਤੇ ਖਿਲਾਫਤ ਅੰਦੋਲਨ, C ਤੇ ਭਾਰਤ ਛੱਡੋ ਅੰਦੋਲਨ ਤੇ D ਤੇ ਆਪਣੇ ਕੋਲੇ ਅਸਹਿਯੋਗ ਅੰਦੋਲਨ, ਭਾਰਤ ਛੱਡੋ ਅੰਦੋਲਨ। ਇਹ ਆਪਣੀ ਆਪਸ਼ਨ ਜਿਹੜੀ ਹੈ ਸਹੀ ਹੋ ਜਾਏਗੀ, ਕੁਇਟ ਇੰਡੀਆ ਮੂਵਮੈਂਟ। ਕਦੋਂ ਸ਼ੁਰੂ ਕੀਤੀ ਗਈ ਸੀ, 1942 ਦੇ ਵਿੱਚ। ਕਿਸ ਤੋਂ ਬਾਅਦ ਕੀਤੀ ਗਈ ਸੀ ਸ਼ੁਰੂ, ਕ੍ਰਿਪਸ ਮਿਸ਼ਨ ਦੇ ਫੇਲ ਹੋਣ ਤੋਂ ਬਾਅਦ। ਠੀਕ ਹੈ ਜੀ, ਇਸ ਤਰੀਕੇ ਦੇ ਨਾਲ ਕ੍ਰਿਪਸ ਮਿਸ਼ਨ ਦੇ ਫੇਲ ਹੋਣ ਤੋਂ ਬਾਅਦ। ਅੱਗੇ ਜੀ ਸਾਡੇ ਕੋਲੇ ਅੱਜ ਦਾ 13 ਨੰਬਰ ਪ੍ਰਸ਼ਨ ਹੈ, ਭਾਰਤੀ ਰਾਸ਼ਟਰੀ ਕਾਂਗਰਸ ਯਾਨੀ ਕਿ INC ਇੰਡੀਅਨ ਨੈਸ਼ਨਲ ਕਾਂਗਰਸ ਦੀ ਪਹਿਲੀ ਮਹਿਲਾ ਪ੍ਰਧਾਨ ਕੌਣ ਸੀ। ਜੇਕਰ ਭਾਰਤੀ ਪੁੱਛਣਾ ਤਾਂ ਉਹ ਸੀਗੇ ਸਰੋਜਨੀ ਨਾਇਡੂ। ਹੁਣ ਪਹਿਲੀ ਓਵਰਆਲ ਪੁੱਛੀ ਆਪਣੇ ਕੋਲੋਂ ਤਾਂ ਆਪਾਂ ਇੱਥੋਂ ਦੇਖ ਕੇ ਦੱਸਾਂਗੇ ਆਨਸਰ ਕੀ ਸਹੀ ਹੋਏਗਾ। ਤਾਂ A ਤੇ ਆਪਸ਼ਨ ਹੈ ਵਿਜੇ ਲక్ష్ਮੀ ਪੰਡਿਤ, B ਤੇ ਹੈ ਐਨੀ ਬੇਸੈਂਟ, C ਤੇ ਹੈ ਰਾਜਕੁਮਾਰੀ ਅੰਮ੍ਰਿਤ ਕੌਰ, D ਤੇ ਹੈ ਇੰਦਰਾ ਗਾਂਧੀ। ਤਾਂ B ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ ਐਨੀ ਬੇਸੈਂਟ। ਐਨੀ ਬੇਸੈਂਟ ਜੀ ਇੰਡੀਆ ਵਿੱਚ ਆਏ ਸਨ ਸਵਾਮੀ ਵਿਵੇਕਾਨੰਦ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ। ਠੀਕ ਹੈ ਜੀ, ਵਿਵੇਕਾਨੰਦ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਇੰਡੀਆ ਵਿੱਚ ਆਏ ਸਨ। ਔਰ ਹੋਮ ਰੂਲ ਦੀ ਆਪਾਂ ਕਵਾਂਗੇ ਜਿਹੜੀ ਸਥਾਪਨਾ ਉਹ ਵੀ ਇਹਨਾਂ ਨੇ ਕੀਤੀ ਸੀ ਮਦਰਾਸ ਤੋਂ, ਇਸ ਤਰੀਕੇ ਦੇ ਨਾਲ। ਅੱਗੇ ਹੈ ਜੀ ਸਾਡੇ ਕੋਲੇ ਅੱਜ ਦਾ 14 ਨੰਬਰ ਪ੍ਰਸ਼ਨ ਹੈ, ਭਾਰਤੀ ਰਾਸ਼ਟਰੀ ਕਾਂਗਰਸ ਦਾ ਗਠਨ ਕਦੋਂ ਹੋਇਆ। ਗਠਨ ਪੁੱਛਿਆ ਜੀ। A ਤੇ ਆਪਸ਼ਨ 1869, B ਤੇ ਆਪਣੇ ਕੋਲੇ 1947, C ਤੇ 1885 ਤੇ D ਤੇ 1914 ਈਸਵੀ। ਤਾਂ ਦੇਖੋ ਜੀ C ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ, 1885 ਚ ਹੋਇਆ। ਇਹ ਉਹ ਹਿਊਮ ਦੇ ਦੁਆਰਾ ਕੀਤਾ ਗਿਆ ਸੀਗਾ। ਠੀਕ ਹੈ ਜੀ, ਇਹ ਉਹ ਹਿਊਮ ਸੀਗਾ। ਇਹ ਅੰਗਰੇਜ਼ ਅਧਿਕਾਰੀ ਸੀ ਔਰ ਅੰਗਰੇਜ਼ਾਂ ਨੇ ਹੀ ਕਰਵਾਈ ਸੀ। ਉਹ ਚਾਹੁੰਦੇ ਸਨ ਕਿ ਜਿਹੜੀਆਂ ਮੰਗਾਂ ਅਸੀਂ ਮੰਨਣੀਆਂ ਚਾਹੁੰਦੇ ਹਾਂ ਉਹੀ ਮੰਗਾਂ ਜਿਹੜੀਆਂ ਕਾਂਗਰਸ ਦੇ ਥਰੂ ਸਾਡੇ ਕੋਲੇ ਆਉਣ, ਫਾਲਤੂ ਦੀਆਂ ਜਿਹੜੀਆਂ ਮੰਗਾਂ ਨੇ ਨਾ ਆਉਣ। ਇੱਕ ਚਾਲ, ਇੱਕ ਛੜਯੰਤਰ ਦੇ ਰਾਹੀਂ ਉਹਨਾਂ ਨੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕਰਵਾਈ ਸੀ ਤਾਂ ਕਿ ਜਿਹੜੇ ਨੇ ਲੋਕ ਕ੍ਰਾਂਤੀਕਾਰੀ ਨਾ ਬਣ ਸਕਣ। ਔਰ ਦੂਜਾ ਨੰਬਰ, ਜੇਕਰ ਗੱਲ ਕਰੀਏ ਆਪਾਂ ਕਿ ਇਸ ਦੀ ਜਿਹੜੀ ਪਹਿਲੀ ਬੈਠਕ ਕਿੱਥੇ ਹੋਈ ਸੀ ਜਾਂ ਇਹ ਬਣੀ ਕਿੱਥੇ ਸੀਗੀ, ਤਾਂ ਬਣਨੀ ਸੀਗੀ ਪੂਨੇ 'ਚ। ਪਰ ਉੱਥੇ ਕੀ ਸੀ, ਪਲੇਗ ਦੀ ਬਿਮਾਰੀ ਸ਼ੁਰੂ ਸੀਗੀ। ਠੀਕ ਹੈ, ਪੱਪੇ ਤੋਂ ਯਾਦ ਰੱਖ ਲਿਓ।
ਤਾਂ ਫਿਰ ਇਸ ਦੀ ਜਿਹੜੀ ਬੈਠਕ ਉਹ ਕਿੱਥੇ ਹੋਈ? ਮੁੰਬਈ 'ਚ ਹੋਈ। ਤਾਂ 72 ਡੈਲੀਗੇਟ ਸੀਗੇ ਜਿਹੜੇ ਭਾਗ ਲੈਣ ਵਾਲੇ ਸੀ। ਠੀਕ ਹੈ, ਅੱਗੇ ਪੜ੍ਹਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 15 ਨੰਬਰ ਪ੍ਰਸ਼ਨ ਹੈ, ਭਾਰਤੀ ਰਾਸ਼ਟਰੀ ਕਾਂਗਰਸ INC ਦਾ ਪਹਿਲਾ ਪ੍ਰਧਾਨ ਕੌਣ ਸੀ? ਪ੍ਰਧਾਨ ਪੁੱਛ ਲਿਆ ਇੱਥੇ ਆਪਣੇ ਕੋਲੋਂ। A ਤੇ ਸੁਭਾਸ਼ ਚੰਦਰ ਬੋਸ, C ਤੇ ਜਵਾਹਰ ਲਾਲ ਨਹਿਰੂ, B ਤੇ ਹੈ ਮਹਾਤਮਾ ਗਾਂਧੀ, C ਤੇ ਜਵਾਹਰ ਲਾਲ ਨਹਿਰੂ ਤੇ D ਤੇ ਹੈ WC ਬਨਰਜੀ। ਠੀਕ ਹੈ, ਤਾਂ ਇਹੀ ਇਨਸਾਨ ਸਨ ਵਿਮੇਸ਼ ਚੰਦਰ ਬੈਨਰਜੀ ਜੀ, ਜੋ ਕਿ ਭਾਰਤ ਦੇ ਕਾਂਗਰਸ ਦੇ ਪਹਿਲੇ ਪ੍ਰਧਾਨ ਬਣੇ ਸਨ। ਠੀਕ ਹੈ, ਇੱਕ ਗੱਲ ਹੋਰ ਯਾਦ ਰੱਖਿਓ, ਸਭ ਤੋਂ ਪੁਰਾਣੀ ਪਾਰਟੀ ਹੈ ਜਿਹੜੀ ਕਾਂਗਰਸ ਹੈ। ਠੀਕ ਹੈ ਜੀ, BJP ਵੀ ਬਾਅਦ ਦੇ ਵਿੱਚ ਹੋਂਦ ਦੇ ਵਿੱਚ ਆਈ, ਜਿਹੜੀ ਮੌਜੂਦਾ ਸਮੇਂ 'ਚ ਹੁਣ ਵੀ ਚੱਲ ਰਹੀ ਹੈ। ਔਰ ਅਕਾਲੀ ਦਲ ਵੀ ਆਪਾਂ ਕਵਾਂਗੇ ਬਾਅਦ ਦੇ ਵਿੱਚ। ਅਕਾਲੀ ਦਲ ਤਾਂ 1920 ਦੀ ਗੱਲ ਆ, ਉਦੋਂ ਹੋਂਦ ਦੇ ਵਿੱਚ ਆਇਆ ਸੀਗਾ। ਅੱਗੇ ਸਾਡੇ ਕੋਲੇ ਜੀ ਅੱਜ ਦਾ 16 ਨੰਬਰ ਪ੍ਰਸ਼ਨ ਹੈ, ਭਾਰਤੀ ਰਾਸ਼ਟਰੀ ਕਾਂਗਰਸ ਦਾ ਗਠਨ ਕਿਸ ਨੇ ਕੀਤਾ ਸੀ? ਇਹ ਕੁਐਸਚਨ ਆਪਾਂ ਪਹਿਲਾਂ ਵੀ ਮੈਂ ਉੱਪਰ ਕਰਵਾ ਦਿੱਤਾ। ਤਾਂ A ਤੇ ਆਪਸ਼ਨ ਹੈ A.O. ਹਿਊਮ, B ਤੇ C.R. ਦਾਸ, C ਤੇ ਦਾਦਾ ਭਾਈ ਨੌਰੋਜੀ, D ਤੇ ਆਪਣੇ ਕੋਲੇ ਸੁਰਿੰਦਰਨਾਥ ਬੈਨਰਜੀ। ਤਾਂ A.O. ਹਿਊਮ ਜਿਹੜੀ ਆਪਣੀ ਆਪਸ਼ਨ ਬਿਲਕੁਲ ਸਹੀ ਹੋ ਜਾਏਗੀ। ਠੀਕ ਹੈ, C.R. ਦਾਸ ਜੀ ਨੂੰ ਵੀ ਤੁਸੀਂ ਜਾਣਦੇ ਹੋਣੇ ਹੋ, ਸਵਰਾਜ ਪਾਰਟੀ ਦੀ ਜਿਹੜੀ ਸਥਾਪਨਾ ਕੀਤੀ ਸੀ ਇਹਨਾਂ ਨੇ 1923 ਦੇ ਵਿੱਚ। ਠੀਕ ਹੈ, ਇਹ ਚੀਜ਼ਾਂ ਯਾਦ ਰੱਖਣਾ। ਔਰ ਜੇਕਰ ਮੈਂ ਗੱਲ ਕਰ ਲਾਂ ਦਾਦਾ ਭਾਈ ਨੌਰੋਜੀ, ਇਹਨਾਂ ਨੂੰ ਕੀ ਕਿਹਾ ਜਾਂਦਾ? ਗ੍ਰੈਂਡ ਓਲਡ ਮੈਨ ਆਫ ਇੰਡੀਆ। ਠੀਕ ਹੈ, ਬਜ਼ੁਰਗ ਆਦਮੀ ਆਪਾਂ ਕਵਾਂਗੇ ਇੰਡੀਆ ਦੇ। ਅੱਗੇ ਹੈ ਜੀ ਸਾਡੇ ਕੋਲੇ ਅੱਜ ਦਾ 17 ਨੰਬਰ ਪ੍ਰਸ਼ਨ ਹੈ, ਭਾਰਤੀ ਰਾਸ਼ਟਰੀ ਕਾਂਗਰਸ ਨੇ ਸੰਪੂਰਨ ਸੁਤੰਤਰਤਾ ਦਾ ਆਪਣਾ ਟੀਚਾ ਕਦੋਂ ਘੋਸ਼ਿਤ ਕੀਤਾ ਸੀ? ਕਿ ਅਸੀਂ ਜਿਹੜੇ ਆ ਸੁਤੰਤਰ ਹੋ ਜਾਵਾਂਗੇ ਜਾਂ ਹੋ ਚੁੱਕੇ ਆ? A ਤੇ ਆਪਸ਼ਨ ਹੈ 1931, B ਤੇ 1930, C ਤੇ 1929 ਤੇ D ਤੇ ਆਪਣੇ ਕੋਲੇ 1928। ਤਾਂ C ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ। 1929 ਦੇ ਵਿੱਚ ਹੀ ਜਿਹੜੀ ਆ ਸੁਤੰਤਰ ਦਾ ਇਹਨਾਂ ਨੇ ਆਪਣਾ ਟੀਚਾ ਜਿਹੜਾ ਉਹ ਘੋਸ਼ਿਤ ਕਰਤਾ ਸੀ। 1931 ਦੇ ਵਿੱਚ ਕੀ ਹੋਇਆ ਸੀ? ਗਾਂਧੀ ਜੀ ਜਿਹੜੇ ਨੇ ਰਾਉਂਡ ਟੇਬਲ ਕਾਨਫਰੰਸ ਲਈ, ਸੈਕਿੰਡ ਸੀਗੀ ਇਹ, ਲੰਡਨ ਜਾਂਦੇ ਨੇ। 1930 ਦੇ ਵਿੱਚ ਪਹਿਲੀ ਰਾਉਂਡ ਟੇਬਲ ਕਾਨਫਰੰਸ ਹੋਈ ਸੀਗੀ। 1928 ਦੇ ਵਿੱਚ ਕੀ ਸੀ? ਸਾਈਮਨ ਕਮਿਸ਼ਨ ਭਾਰਤ ਆਇਆ ਸੀ, ਜਦੋਂ ਲਾਲਾ ਲਾਜਪਤ ਰਾਏ ਜੀ ਕੀ ਹੈ ਸ਼ਹੀਦੀ ਪਾ ਗਏ ਸਨ। ਇਸ ਤਰੀਕੇ ਦੇ ਨਾਲ ਜਿਹੜੀਆਂ ਆਪਾਂ ਆਪਸ਼ਨਾਂ ਉਹ ਵੀ ਕਲੀਅਰ ਕੀਤੀਆਂ। ਅੱਗੇ ਹੈ ਜੀ ਸਾਡੇ ਕੋਲੇ ਅੱਜ ਦਾ 18 ਨੰਬਰ ਪ੍ਰਸ਼ਨ ਹੈ, 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਵਿੱਚ ਇੱਕ ਆਮ ਮੀਟਿੰਗ ਹੋਈ ਸੀ। ਦੇਖੋ ਜੀ, ਆਮ ਮੀਟਿੰਗ ਕਿਸ ਵਾਸਤੇ ਹੋਈ ਸੀ? ਇਹ ਆਪਣੇ ਕੋਲ ਪ੍ਰਸ਼ਨ 'ਚ ਪੁੱਛਿਆ ਗਿਆ। A ਤੇ ਆਪਸ਼ਨ ਹੈ ਸਵਰਾਜ ਦੀ ਮੰਗ ਲਈ, B ਤੇ ਹੈ ਰੋਲ ਟੈਕਟ ਵਿਰੁੱਧ ਰੋਸ ਪ੍ਰਗਟ ਕਰਨ ਵਾਸਤੇ, C ਤੇ ਹੈ ਪ੍ਰਸਿੱਧ ਨੇਤਾਵਾਂ ਦੀ ਗ੍ਰਿਫਤਾਰੀ ਵਿਰੁੱਧ ਰੋਸ ਪ੍ਰਗਟ ਕਰਨ ਲਈ, ਇੱਥੇ ਪ੍ਰਗਟ ਆਣਾ ਸੀ। ਠੀਕ ਹੈ ਜੀ, ਔਰ D ਤੇ ਆਪਣੇ ਕੋਲੇ ਇੱਕ ਹੜਤਾਲ ਦੇ ਆਯੋਜਨ ਲਈ। ਤਾਂ C ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ। ਕਿਉਂ? ਕਿਉਂਕਿ ਜਿਹੜਾ ਭਾਰਤੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੀ, ਜਿਹੜੇ ਮੇਨ ਨੇਤਾ ਸੀਗੇ, ਦੋ ਗ੍ਰਿਫਤਾਰ ਕੀਤੇ ਗਏ ਸਨ, ਸਤਿਆਪਾਲ ਜੀ ਔਰ ਕਿਚਲੂ ਜੀ। ਠੀਕ ਹੈ, ਸਤਿਆਪਾਲ ਤੇ ਕਿਚਲੂ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੇ ਕਰਕੇ ਕੀ ਆ ਲੋਕ ਇਕੱਠੇ ਹੋਏ ਸਨ ਕਿੱਥੇ? ਜਲਿਆਂਵਾਲੇ ਬਾਗ ਦੇ ਵਿੱਚ। ਹੁਣ ਉੱਥੇ ਕਾਹਤੋਂ ਇਕੱਠੇ ਹੋਏ ਸਨ? ਆਪਾਂ ਕਵਾਂਗੇ ਰੋਲ ਟੈਕਟ ਦੇ ਅਧੀਨ ਕੀ ਆ, ਲੋਕਾਂ ਨੂੰ ਬਿਨਾਂ ਨੋ ਅਪੀਲ, ਨੋ ਦਲੀਲ ਔਰ ਨੋ ਹੀ ਵਕੀਲ। ਠੀਕ ਹੈ, ਇਸ ਦੇ ਅਧੀਨ ਕੀ ਸੀ? ਲੋਕਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰਤਾ ਸੀ ਅੰਗਰੇਜ਼ਾਂ ਨੇ, ਕਿ ਮਤਲਬ ਬਿਨਾਂ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 19 ਨੰਬਰ ਪ੍ਰਸ਼ਨ ਹੈ, ਦੇਸ਼ ਬੰਧੂ ਦੇ ਤੌਰ ਤੇ ਕਿਸ ਨੂੰ ਜਾਣਿਆ ਜਾਂਦਾ ਹੈ? ਦੇਸ਼ ਬੰਧੂ ਦੇ ਤੌਰ ਤੇ ਪੁੱਛਿਆ ਆਪਣੇ ਕੋਲੋਂ। ਤਾਂ A ਤੇ ਆਪਸ਼ਨ ਹੈ ਰਜਿੰਦਰ ਪ੍ਰਸਾਦ ਨੂੰ, B ਤੇ C.R. ਦਾਸ ਯਾਨੀ ਕਿ ਚਿਤਰੰਜਨ ਦਾਸ ਨੂੰ, C ਤੇ ਆਪਣੇ ਕੋਲੇ ਆਚਾਰਿਆ ਨਰਿੰਦਰ ਦੇਵ ਨੂੰ ਤੇ D ਤੇ G.S. ਖਰਪੜੇ ਨੂੰ। ਠੀਕ ਹੈ ਜੀ, ਤਾਂ B ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ। ਆਪਣੇ ਕੋਲੇ ਇੱਥੇ C.R. ਦਾਸ ਯਾਨੀ ਕਿ ਚਿਤਰੰਜਨ ਦਾਸ ਨੂੰ ਦੇਸ਼ ਬੰਧੂ ਦੇ ਤੌਰ ਤੇ ਜਾਣਿਆ ਜਾਂਦਾ ਹੈ। ਅੱਗੇ ਹੈ ਜੀ 20 ਨੰਬਰ ਪ੍ਰਸ਼ਨ ਹੈ ਆਪਣੇ ਕੋਲੇ, ਗ੍ਰੈਂਡ ਓਲਡ ਮੈਨ ਆਫ ਇੰਡੀਆ ਇਜ਼ ਨੋਨ ਐਜ਼। ਗ੍ਰੈਂਡ ਓਲਡ ਮੈਨ ਆਫ ਇੰਡੀਆ ਕਿਹਨਾਂ ਨੂੰ ਕਿਹਾ ਜਾਂਦਾ ਸੀ? A ਤੇ ਆਪਸ਼ਨ ਹੈ ਸੁਭਾਸ਼ ਚੰਦਰ ਬੋਸ, B ਤੇ ਦਾਦਾ ਭਾਈ ਨੌਰੋਜੀ, C ਤੇ ਆਪਣੇ ਕੋਲੇ ਬਾਲ ਗੰਗਾਧਰ ਤਿਲਕ, D ਤੇ ਆਪਣੇ ਕੋਲੇ ਮਹਾਤਮਾ ਗਾਂਧੀ ਜੀ ਨੂੰ। ਤਾਂ B ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ। ਦਾਦਾ ਭਾਈ ਨੌਰੋਜੀ ਨੂੰ ਗ੍ਰੈਂਡ ਓਲਡ ਮੈਨ ਆਫ ਇੰਡੀਆ ਕਿਹਾ ਜਾਂਦਾ ਸੀਗਾ। ਅੱਗੇ ਪੜ੍ਹਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 21 ਨੰਬਰ ਪ੍ਰਸ਼ਨ ਹੈ, ਭਾਰਤੀਆਂ ਦਾ ਭਾਰਤੀ ਸਿਵਲ ਸੇਵਾ ICS ਵਿੱਚ ਪ੍ਰਵੇਸ਼ ਡੈਸ਼ ਦੁਆਰਾ ਸੰਭਵ ਹੋਇਆ ਸੀ। ਕਿਵੇਂ ਸੰਭਵ ਹੋਇਆ ਸੀਗਾ? ਇਹ ਪ੍ਰਸ਼ਨ ਤੇ ਆਪਣੇ ਕੋਲੋਂ ਪੁੱਛਿਆ ਗਿਆ। ਤਾਂ A ਤੇ ਆਪਸ਼ਨ ਹੈ ਲਾਰਡ ਰਿਪਨ, B ਤੇ ਲਾਰਡ ਲਿਟਨ ਆਉਣਾ ਸੀ ਇੱਥੇ,
ਸੀ ਤੇ ਲਾਰਡ ਕੈਨਿੰਗ ਤੇ ਡੀ ਤੇ ਲਾਰਡ ਡਲਹੌਜੀ। ਤਾਂ ਲਾਰਡ ਡਲਹੌਜੀ ਹੀ ਸਨ ਜਿਨ੍ਹਾਂ ਨੇ ICS ਦੀਆਂ ਪ੍ਰੀਖਿਆਵਾਂ ਭਾਰਤੀਆਂ ਦੇ ਵਾਸਤੇ ਖੋਲ ਦਿੱਤੀਆਂ ਸਨ ਕਿ ਭਾਰਤੀ ਵੀ ਜਿਹੜਾ ਸਿਵਲ ਸਰਵਿਸਿਜ਼ ਦੀਆਂ ਪ੍ਰੀਖਿਆਵਾਂ ਦੇ ਸਕਦੇ ਹਨ। ਔਰ ਆਪਾਂ ਕਵਾਂਗੇ ਕਿ ਸਤਿੰਦਰਨਾਥ ਟੈਗੋਰ ਜੀ ਜਿਹੜੇ ਸਨ, ਸਤਿੰਦਰਨਾਥ ਯਾਦ ਰੱਖਿਓ ਪਹਿਲੇ ਕੀ ਸੀ, ICS ਚੁਣੇ ਗਏ ਸੀ। ਔਰ ਜੇਕਰ ਗੱਲ ਕਰੀਏ ਲਾਰਡ ਰਿਪਨ ਦੇ ਬਾਰੇ ਵਿੱਚ ਤਾਂ ਇਹ ਕੌਣ ਸਨ, ਉਦਾਰਵਾਦੀ, ਠੀਕ ਹੈ, ਲਾਰਡ ਹੋਏ ਹਨ ਉਦਾਰਵਾਦੀ। ਔਰ ਹੁਣ ਜੇਕਰ ਗੱਲ ਕਰ ਲਈ ਕੈਨਿੰਗ ਦੀ ਤਾਂ ਇਹਨਾਂ ਬਾਰੇ ਤੁਸੀਂ ਜਾਣਦੇ ਹੋ 1857 ਈਸਵੀ ਵਾਲੇ ਨੇ ਜਿਨ੍ਹਾਂ ਨੇ ਕੀ ਸੀ ਤਾਜ ਸ਼ਾਸਨ ਨੂੰ ਇੱਥੇ ਲਿਆਂਦਾ ਸੀ। ਆਪਾਂ ਕਹਾਂਗੇ ਇਹਨਾਂ ਦੇ ਸਮੇਂ ਵਿੱਚ ਆਇਆ ਸੀ ਤੇ ਇਹੀ ਪਹਿਲੇ ਵਾਇਸਰਾਏ ਭਾਰਤ ਦੇ ਬਣੇ ਸਨ, ਠੀਕ ਹੈ, ਅੰਤਿਮ ਗਵਰਨਰ ਜਨਰਲ। ਅੱਗੇ ਜੀ ਸਾਡੇ ਕੋਲੇ ਅੱਜ ਦਾ 22 ਨੰਬਰ ਪ੍ਰਸ਼ਨ ਹੈ, ਅਲੀਗੜ੍ਹ ਅੰਦੋਲਨ ਜਾਂ ਸਕੂਲ ਖਾਸ ਤੌਰ ਤੇ ਕਿਸ ਦੇ ਨਾਂ ਨਾਲ ਜਾਣਿਆ ਜਾਂਦਾ? ਅਲੀਗੜ੍ਹ ਅੰਦੋਲਨ ਜਾਂ ਅਲੀਗੜ੍ਹ ਸਕੂਲ, ਇਹਨੂੰ ਕਿਹਦੇ ਨਾਮ ਨਾਲ ਜੁੜਿਆ ਹੋਇਆ ਹੈ? ਠੀਕ ਹੈ, ਏ ਤੇ ਆਪਸ਼ਨ ਆਪਣੇ ਕੋਲੇ ਲਿਆਕਤ ਅਲੀ ਖਾਨ, ਬੀ ਤੇ ਹੈ ਨਵਾਬ ਅਬਦੁਲ ਲਤੀਫ, ਸੀ ਤੇ ਹੈ ਸੈयद ਅਹਿਮਦ ਖਾਨ ਤੇ ਡੀ ਤੇ ਹੈ MA ਜਿਨਾ। ਤਾਂ ਰਾਈਟ ਆਪਸ਼ਨ ਕੀ ਹੋ ਜਾਏਗੀ? ਸੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ, ਸैयद ਅਹਿਮਦ ਖਾਨ ਜਿਨ੍ਹਾਂ ਦਾ ਕੀ ਹੈ ਨਾਮ ਜੁੜਿਆ ਹੋਇਆ ਹੈ ਅਲੀਗੜ੍ਹ ਅੰਦੋਲਨ ਜਾਂ ਅਲੀਗੜ੍ਹ ਸਕੂਲ ਦੇ ਨਾਲ, ਇਸ ਤਰੀਕੇ ਦੇ ਨਾਲ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 23 ਨੰਬਰ ਪ੍ਰਸ਼ਨ ਹੈ, ਭਾਰਤੀ ਪੁਨਰ ਜਾਗ੍ਰਿਤੀ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ? ਪੁਨਰ ਜਾਗ੍ਰਿਤੀ ਦਾ ਪਿਤਾ ਪੁੱਛਿਆ ਆਪਣੇ ਕੋਲੋਂ ਤਾਂ ਏ ਤੇ ਆਪਸ਼ਨ ਹੈ ਸਵਾਮੀ ਦਇਆਨੰਦ ਸਰਸਵਤੀ, ਬੀ ਤੇ ਰਵਿੰਦਰਨਾਥ ਟੈਗੋਰ, ਸੀ ਤੇ ਆਪਣੇ ਕੋਲੇ ਰਾਜਾ ਰਾਮ ਮੋਹਨ ਰਾਏ, ਡੀ ਤੇ ਹੈ GK ਗੋਖਲੇ ਯਾਨੀ ਕਿ ਗੋਪਾਲ ਕ੍ਰਿਸ਼ਨ ਗੋਖਲੇ। ਤਾਂ ਆਪਣੇ ਕੋਲੇ ਰਾਈਟ ਆਪਸ਼ਨ ਕੀ ਹੋ ਜਾਏਗੀ ਜੀ? ਰਾਜਾ ਰਾਮ ਮੋਹਨ ਰਾਏ। ਤਾਂ ਇਹੀ ਕੌਣ ਸਨ? ਆਧੁਨਿਕ ਭਾਰਤ ਦੇ ਨਿਰਮਾਤਾ ਸਨ ਔਰ ਪਹਿਲੇ ਆਧੁਨਿਕ ਮਨੁੱਖ ਕਵਾਂਗੇ ਆਪਾਂ, ਠੀਕ ਹੈ, ਪਹਿਲੇ ਆਧੁਨਿਕ ਨਾਗਰਿਕ ਜਾਂ ਮਨੁੱਖ ਸਨ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 24 ਨੰਬਰ ਪ੍ਰਸ਼ਨ ਹੈ, 1857 ਈਸਵੀ ਵਿੱਚ ਜਿਹੜਾ ਕ੍ਰਾਂਤੀ ਹੋਈ ਸੀ ਜਾਂ ਵਿਦਰੋਹ ਹੋਇਆ ਸੀ ਤਾਂ ਉਹਦੇ ਪਹਿਲੇ ਸ਼ਹੀਦ ਕੌਣ ਸਨ? ਏ ਤੇ ਆਪਸ਼ਨ ਹੈ ਬਹਾਦਰ ਸ਼ਾਹ, ਬੀ ਤੇ ਤਾਂਤੀਆ ਟੋਪੇ, ਸੀ ਤੇ ਹੈ ਮੰਗਲ ਪਾਂਡੇ ਔਰ ਡੀ ਤੇ ਹੈ ਰਾਣੀ ਝਾਂਸੀ, ਝਾਂਸੀ ਦੀ ਰਾਣੀ, ਠੀਕ ਹੈ ਜੀ। ਤਾਂ ਝਾਂਸੀ ਦੇ ਵਿੱਚੋਂ ਲੜੀ ਸੀ ਜਿਹੜੀ। ਤਾਂ ਦੇਖੋ ਰਾਈਟ ਆਪਸ਼ਨ ਕੀ ਹੋ ਜਾਏਗੀ? ਦੇਖੋ ਪਹਿਲਾਂ ਤਾਂ ਮੈਂ ਗੱਲ ਕਰਾਂ, ਪਹਿਲਾ ਜਿਹੜਾ ਅੰਦੋਲਨ ਉੱਠਿਆ ਸੀਗਾ ਬੈਰਕਪੁਰ ਛਾਉਣੀ ਤੋਂ ਚਰਬੀ ਵਾਲੇ ਕਾਰਤੂਸਾਂ ਦੇ ਕਰਕੇ ਉੱਠਿਆ, ਠੀਕ ਹੈ ਜੀ। ਔਰ ਜਿਨ੍ਹਾਂ ਨੇ ਉਠਾਇਆ ਸੀ ਉਹ ਕੌਣ ਸਨ? ਸੈਨਾਪਤੀ ਸਨ, ਠੀਕ ਹੈ, ਮਤਲਬ ਕਿ ਸੈਨਿਕ ਸਨ। ਔਰ ਇਹਨਾਂ ਦੀ ਬਟਾਲੀਅਨ ਪੁੱਛ ਲਈਏ ਤਾਂ ਕਿਹੜੀ ਸੀ ਜਾਂ ਕੰਪਨੀ ਕਿਹੜੀ ਸੀ? 34ਵੀਂ NIC। ਇਹ ਵੀ ਯਾਦ ਰੱਖਿਓ, ਪੇਪਰ 'ਚ ਇਹ ਵੀ ਪੁੱਛ ਸਕਦੇ ਆ, ਠੀਕ ਹੈ ਜੀ। ਤਾਂ ਹੁਣ ਜੇਕਰ ਆਪਾਂ ਗੱਲ ਕਰੀਏ, ਇਹਨਾਂ ਨੇ ਮਨਾ ਕਰਤਾ ਸੀ ਜਿਹੜੇ ਚਰਬੀ ਵਾਲੇ ਕਾਰਤੂਸ ਸੀ ਉਹਨਾਂ ਨੂੰ ਸੁੱਟਣ ਤੋਂ ਕਦੋਂ ਕੀਤਾ ਸੀ? 29 ਫਰਵਰੀ 1857 ਈਸਵੀ ਚ, ਠੀਕ ਹੈ ਜੀ। ਜਿਹੜੇ ਕਾਰਤੂਸਾਂ ਦੇ ਉੱਪਰ ਚਰਬੀ ਲੱਗੀ ਹੁੰਦੀ ਸੀ ਇਹ ਕਹਿੰਦੇ ਸੀਗੇ ਕਿ ਅਸੀਂ ਜਿਹੜੇ ਉਹ ਛਿੱਲ ਕੇ ਨਹੀਂ ਚਲਾ ਸਕਦੇ। ਔਰ ਇੱਕ ਸ਼ਹੀਦ ਕੌਣ ਹੋਏ ਸਨ? ਤਾਂ ਆਪਾਂ ਇਹਨਾਂ ਆਪਸ਼ਨਾਂ ਦੇ ਵਿੱਚੋਂ ਦੇਖਿਆ ਸੀ ਆਪਸ਼ਨ ਜਿਹੜੀ ਹੈ ਬਿਲਕੁਲ ਸਹੀ ਹੋ ਜਾਏਗੀ। ਮੰਗਲ ਪਾਂਡੇ ਜੀ ਜਿਹੜੇ ਨੇ ਪਹਿਲੇ ਸ਼ਹੀਦ ਹੋਏ ਸਨ ਜੋ ਕਿ ਸੈਨਿਕ ਵੀ ਸਨ, ਠੀਕ ਹੈ। ਕੀ ਸੀਗਾ? ਇਹਨਾਂ ਨੇ ਜਿਹੜੇ 2 ਅੰਗਰੇਜ਼ ਅਧਿਕਾਰੀ ਮਾਰ ਦਿੱਤੇ ਸੀਗੇ, ਠੀਕ ਹੈ ਜੀ। 2 ਅੰਗਰੇਜ਼ ਅਧਿਕਾਰੀ ਮਾਰੇ ਜਿਸ ਤੋਂ ਬਾਅਦ ਇਹਨਾਂ ਨੂੰ 28 ਅਪ੍ਰੈਲ ਨੂੰ ਫਾਂਸੀ ਦਿੱਤੀ ਜਾਂਦੀ ਹੈ, ਓਕੇ ਜੀ। ਇਹ ਚੀਜ਼ਾਂ ਜਿਹੜੀਆਂ ਤੁਸੀਂ ਚੰਗੀ ਤਰ੍ਹਾਂ ਸਮਝਣੀਆਂ ਨੇ। ਅੱਗੇ ਜੀ ਸਾਡੇ ਕੋਲੇ ਅੱਜ ਦਾ 25 ਨੰਬਰ ਪ੍ਰਸ਼ਨ ਹੈ, ਖਿਲਾਫਤ ਅੰਦੋਲਨ ਡੈਸ਼ ਦੁਆਰਾ ਸ਼ੁਰੂ ਕੀਤਾ ਗਿਆ। ਕਿਹਦੇ ਦੁਆਰਾ ਜਿਹੜਾ ਸ਼ੁਰੂ ਕੀਤਾ ਗਿਆ ਸੀ? ਦੇਖੋ ਖਿਲਾਫਤ ਅੰਦੋਲਨ ਕੀ ਸੀਗਾ? ਜਿਹੜੇ ਖਲੀਫਾ ਜੀ ਸਨ ਇਹਨਾਂ ਦਾ ਸਨਮਾਨ ਵਾਪਸ ਕਰਵਾਉਣ ਦੇ ਵਾਸਤੇ ਕੀ ਹੈ ਖਿਲਾਫਤ ਅੰਦੋਲਨ ਜਿਹੜਾ ਸ਼ੁਰੂ ਕੀਤਾ ਗਿਆ ਸੀ, ਠੀਕ ਹੈ ਜੀ। ਤਾਂ ਇਹ ਕਦੋਂ ਤੋਂ ਲੈ ਕੇ ਕਦੋਂ ਤੱਕ ਚੱਲਿਆ ਸੀਗਾ? 1919 ਤੋਂ ਲੈ ਕੇ 24 ਤੱਕ ਚੱਲਿਆ ਸੀਗਾ, ਠੀਕ ਹੈ ਜੀ। ਗਾਂਧੀ ਜੀ ਦੇ ਸਿਵਲ ਡਿਸਓਬੀਡੈਂਟ ਮੂਵਮੈਂਟ ਦੇ ਵਿੱਚ ਕੀ ਹੈ ਸ਼ਿਰਕਤ ਕੀਤੀ ਹੈ, ਇਕੱਠੇ ਹੋ ਗਏ ਸਨ। ਪਰ ਗਾਂਧੀ ਜੀ ਨੇ ਜਿਹੜਾ ਸੀ 1922 ਦੇ ਵਿੱਚੋਂ ਖਤਮ ਕਰ ਦਿੱਤਾ ਸੀ ਚੋਰਾ ਚੋਰੀ ਦੀ ਘਟਨਾ ਹੋਣ ਤੋਂ ਬਾਅਦ। ਪਰ ਇਹ ਵਾਲਾ ਅੰਦੋਲਨ ਸੀ ਜਿਹੜਾ 1924 ਤੱਕ ਚੱਲਦਾ ਰਿਹਾ ਸੀ। ਹੁਣ ਇਹਨਾਂ ਚੋਂ ਆਪਸ਼ਨ ਕਿਹੜੀ ਰਾਈਟ ਹੋ ਜਾਏਗੀ? ਇਹ ਤੇ ਆਪਸ਼ਨ ਆ ਫਾਰੂਕ, ਇੱਥੇ ਆਣਾ ਸੀ ਫਾਰੂਕ ਅਲੀ ਅਹਿਮਦ, ਬੀ ਤੇ ਡਾਕਟਰ ਜ਼ਾਕਿਰ ਹੁਸੈਨ, ਸੀ ਤੇ ਮੁਹੰਮਦ ਅਲੀ ਜਿਨਾ ਤੇ ਡੀ ਤੇ ਅਲੀ ਬ੍ਰਦਰਸ। ਤਾਂ ਇਹ ਅਲੀ ਬ੍ਰਦਰ ਹੀ ਸਨ, 2 ਭਰਾ ਸਨ, ਠੀਕ ਹੈ ਜੀ। 2 ਭਰਾ ਸਨ ਜਿਹੜੇ ਕਿ ਖਿਲਾਫਤ ਅੰਦੋਲਨ ਨੂੰ ਸ਼ੁਰੂ ਕਰਨ ਵਾਲੇ ਸਨ। ਜੇਕਰ ਕਰੈਕਟ ਨਾਮ ਪੁੱਛ ਲੈਣ, ਕਈ ਵਾਰੀ ਬਣ ਜਾਂਦਾ ਨਾ ਮੁਹੰਮਦ ਅਲੀ ਦੇ ਨਾਲ ਕਿਸ ਨੇ ਜਿਹੜਾ ਹੋਰ, ਜਾਂ ਫਿਰ ਭਰਾ ਪੁੱਛ ਲੈਣ ਜਾਂ ਕਿਸ ਨੇ ਹੋਰ ਖਿਲਾਫਤ ਅੰਦੋਲਨ ਦੇ ਵਿੱਚ ਸ਼ੁਰੂ ਵਿੱਚ ਸ਼ਿਰਕਤ ਕੀਤੀ, ਤਾਂ 2 ਭਰਾ ਕੌਣ ਸਨ? ਪਹਿਲਾ ਸੀਗਾ ਮੁਹੰਮਦ ਅਲੀ, ਠੀਕ ਹੈ ਜੀ,
ਮੁਹੰਮਦ ਅਲੀ। ਔਰ ਜੇਕਰ ਗੱਲ ਕਰੀਏ ਦੂਜਾ ਭਰਾ ਕਿਹੜਾ ਸੀ ਤਾਂ ਉਹ ਸ਼ੌਕਤ ਅਲੀ ਸੀਗਾ। ਠੀਕ ਹੈ ਜੀ, ਇਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਚੰਗੀ ਤਰ੍ਹਾਂ ਸਮਝਣੀਆਂ ਹਨ। ਵਿਦਿਆਰਥੀ ਸਾਥੀਓ, ਸਾਡੀਆਂ ਵੀਡੀਓਜ਼ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਔਰ ਤੁਹਾਡੇ ਪੇਪਰਾਂ ਦੇ ਲਈ ਹੈਲਪਫੁਲ ਹਨ ਜਾਂ ਨਹੀਂ, ਕਮੈਂਟ, ਲਾਈਕ ਤੇ ਸ਼ੇਅਰ ਕਰਕੇ ਜਰੂਰ ਦੱਸਣਾ। ਔਰ ਇਸ ਚੈਨਲ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤਾਂ ਕਿ ਜਿਹੜੀ ਤੁਹਾਡੀ ਫ੍ਰੀ ਦੇ ਵਿੱਚ ਤਿਆਰੀ ਹੋ ਸਕੇ। ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੈਥ ਜਿਹੜਾ ਪੰਜਾਬ ਪੁਲਿਸ ਫੋਰੈਸਟ ਗਾਰਡ ਤੇ ਹੋਰ ਜਿਹੜੀਆਂ ਅਸਾਮੀਆਂ ਦੇ ਵਾਸਤੇ ਮੈਥ ਤੇ ਰੀਜ਼ਨਿੰਗ ਦੀਆਂ ਕਲਾਸਾਂ ਵੀ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਕਿ ਸਾਡੇ ਨਾਲ ਵੱਧ ਤੋਂ ਵੱਧ ਵਿਦਿਆਰਥੀ ਜੁੜ ਸਕਣ। ਤਾਂ ਤੁਸੀਂ ਕੀ ਹੈ, ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਆਪਣੇ ਗਰੁੱਪਾਂ ਦੇ ਵਿੱਚ ਸ਼ੇਅਰ ਕਰਨਾ ਤਾਂ ਕਿ ਸਾਰੇ ਲੋੜਵੰਦ ਬੱਚਿਆਂ ਤੱਕ ਕੀ ਆ ਇਹ ਚੈਨਲ ਪਹੁੰਚ ਸਕੇ ਔਰ ਬੱਚੇ ਫ੍ਰੀ ਦੇ ਵਿੱਚ ਤਿਆਰੀ ਕਰਕੇ ਨੌਕਰੀ ਨੂੰ ਪ੍ਰਾਪਤ ਕਰ ਸਕਣ। ਸੋ ਸਟੂਡੈਂਟਸ, ਕੁੱਬਾ ਲਰਨੋਲੋਜੀ ਫ੍ਰੀ ਐਜੂਕੇਸ਼ਨਲ ਚੈਨਲ ਵਿੱਚ ਆਉਣ ਲਈ ਤੁਹਾਡਾ ਸਭ ਦਾ ਧੰਨਵਾਦ।